सत श्री अकाल बच्चों। अपना अज का विषय है अनडिठा पैरा यानी कि अनसीन पैसेज। डिठा यानी कि वेख्या, सीन अनडिठा ना वेख्या अनसीन। अनडिठा पैरा ना वेख्या पैरा यानी कि अनसीन पैसेज। भाव की है? अनडिठे पैरे तो भाव है वो पैरा जो तुहाडी पाठ पुस्तक तो बाहर होवे, यानी कि अपनी पाठ पुस्तक विच इस पैरे नूं तुसी कदे नहीं पढ़िया। उद्देश की है? इसका उद्देश है अपनी पढ़न कौशल यानी कि रीडिंग स्किल नूं वधाउणा, अर्थ समझण दी ते अपनी शैली विच उत्तर देण दी योग्यता वधाउणा। ਜਦੋਂ ਅਸੀਂ ਪੈਰੇ ਨੂੰ ਪੜ੍ਹਦੇ ਹਾਂ ਤਾਂ ਇਸ ਦੇ ਵਿੱਚ ਦਿੱਤਾ ਗਿਆ ਅਰਥ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਆਪਣੀ ਸ਼ਬਦਾਂ ਵਿੱਚ ਦਿੰਦੇ ਹਾਂ। ढंग ਹੁਣ ਦਿੱਤੇ ਗਏ ਪ੍ਰਸ਼ਨਾਂ ਨੂੰ ਹੱਲ ਕਰਨ ਦਾ ਕੀ ਤਰੀਕਾ ਹੈ ਉਹ ਜਾਣਦੇ ਹਾਂ। ਸਾਰਿਆਂ ਨਾਲੋਂ ਪਹਿਲੇ 2-3 ਵਾਰ ਪੈਰੇ ਨੂੰ ਪੜ੍ਹੋ। ਦੂਸਰਾ, ਔਖੇ ਸ਼ਬਦਾਂ ਦੇ ਪੈਰੇ ਅਨੁਸਾਰ ਅਰਥ ਸਮਝੋ, ਯਾਨੀ ਕਿ ਜਦੋਂ ਔਖੇ ਸ਼ਬਦਾਂ ਦੇ ਅਰਥ ਅਗਰ ਤੁਹਾਨੂੰ ਨਹੀਂ ਆਉਂਦੇ ਤਾਂ ਦਿੱਤੇ ਗਏ ਪੈਰੇ ਦੇ ਅਰਥ ਦੇ ਅਨੁਸਾਰ ਉਸ ਨੂੰ ਸਮਝੋ ਕਿ ਇਹ ਸ਼ਬਦ ਇੱਥੇ ਕੀ ਅਰਥ ਰੱਖਦੇ ਹਨ। ਤੀਸਰਾ, ਪ੍ਰਸ਼ਨਾਂ ਦੇ ਉੱਤਰ ਮੂਲ ਵਿਚਾਰਾਂ ਦੇ ਆਧਾਰ ਤੇ ਆਪਣੇ ਸ਼ਬਦਾਂ ਵਿੱਚ ਦੇਣਾ, ਯਾਨੀ ਕਿ ਪ੍ਰਸ਼ਨਾਂ ਦੇ ਉੱਤਰ ਜਿਹੜੇ ਹੈ ਉਹ ਦਿੱਤੇ ਗਏ ਪੈਰੇ ਦੇ ਵਿੱਚ ਵਿਚਾਰਾਂ ਦੇ ਅਨੁਸਾਰ ਹੀ ਹੋਣੇ ਚਾਹੀਦੇ ਹਨ। ਚੌਥਾ, ਪ੍ਰਸ਼ਨ ਦੇ ਉੱਤਰ ਸੰਖੇਪ, ਸ਼ੁੱਧ ਤੇ ਪ੍ਰਭਾਵਸ਼ਾਲੀ ਭਾਸ਼ਾ 'ਚ ਲਿਖਣਾ, ਯਾਨੀ ਕਿ ਦਿੱਤੇ ਗਏ ਉੱਤਰ ਬਹੁਤ ਜ਼ਿਆਦਾ ਵੱਡੇ ਨਹੀਂ ਹੋਣੇ ਚਾਹੀਦੇ, ਸੰਖੇਪ ਵਿੱਚ ਬਹੁਤ ਛੋਟੇ ਛੋਟੇ ਉੱਤਰ ਦੇਣੇ ਹਨ। ਜਿਵੇਂ ਮੰਨ ਲਓ 1 ਨੰਬਰ ਦਾ ਪ੍ਰਸ਼ਨ ਹੈ ਤਾਂ ਉਸ ਦਾ ਉੱਤਰ 1 ਵਾਕ ਵਿੱਚ ਹੀ ਦਿਓ। 2 ਨੰਬਰ ਦਾ ਹੈ ਤਾਂ ਫਿਰ 2 ਜਾਂ 3 ਵਾਕਾਂ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਸ਼ੁੱਧ, ਇਸ ਦੇ ਲਈ ਬਿਨਾਂ ਕੋਈ ਗਲਤੀ ਕੀਤੇ ਸ਼ੁੱਧ ਸ਼ਬਦ ਤੇ ਸ਼ੁੱਧ ਵਾਕ ਦਾ ਪ੍ਰਯੋਗ ਕਰਨਾ ਹੈ। ਪ੍ਰਭਾਵਸ਼ਾਲੀ ਭਾਸ਼ਾ 'ਚ ਲਿਖਣਾ, ਇਸ ਲਈ ਤੁਸੀਂ ਆਪਣੀ ਪ੍ਰਭਾਵਸ਼ਾਲੀ ਯਾਨੀ ਕਿ ਮੁਹਾਵਰੇ ਵਗੈਰਾ ਹੈ, ਕੋਈ ਅੱਛੇ ਸ਼ਬਦਾਂ ਦਾ ਪ੍ਰਯੋਗ ਕਰਕੇ ਤੁਸੀਂ ਇਸ ਨੂੰ ਆਪਣੇ ਉੱਤਰ ਦੇਣੇ ਹਨ। ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ। ਹੁਣ ਇੱਕ ਪੈਰਾ ਦਿੱਤਾ ਗਿਆ ਹੈ, ਆਓ ਇਸ ਦੀ ਪ੍ਰੈਕਟਿਸ ਕਰਕੇ ਵੇਖਦੇ ਹਾਂ। ਸਰਦਾਰ ਊਧਮ ਸਿੰਘ ਰੇਲਵੇ ਫਾਟਕ ਦੇ ਇੱਕ ਚੌਕੀਦਾਰ ਦਾ ਪੁੱਤਰ ਸੀ। ਬਚਪਨ ਵਿੱਚ ਹੀ ਉਸਦੇ ਮਾਤਾ ਪਿਤਾ ਦਾ ਦੇਹਾਂਤ ਹੋ ਗਿਆ ਸੀ। ਇਸ ਲਈ 5-6 ਸਾਲ ਦੀ ਉਮਰ ਵਿੱਚ ਹੀ ਉਸਨੂੰ ਅੰਮ੍ਰਿਤਸਰ ਦੇ ਖਾਲਸਾ ਕੇਂਦਰੀ ਯਤੀਮਖਾਨੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਉਹਨਾਂ ਦਿਨਾਂ ਵਿੱਚ ਅੰਮ੍ਰਿਤਸਰ ਸ਼ਹਿਰ ਉਦਯੋਗਿਕ, ਵਪਾਰਿਕ ਅਤੇ ਵਿੱਦਿਆ ਦੇ ਖੇਤਰ ਵਿੱਚ ਬੜੀ ਤਰੱਕੀ ਕਰ ਰਿਹਾ ਸੀ। ਇਸ ਤਰੱਕੀ ਦੇ ਨਾਲ ਨਾਲ ਉੱਥੇ ਦੇ ਲੋਕਾਂ ਵਿੱਚ ਰਾਜਨੀਤਿਕ ਜਾਗ੍ਰਿਤੀ ਵੀ ਆ ਰਹੀ ਸੀ। ਜਦੋਂ ਊਧਮ ਸਿੰਘ ਸਕੂਲ ਵਿੱਚ ਪੜ੍ਹ ਰਿਹਾ ਸੀ ਤਾਂ ਅੰਮ੍ਰਿਤਸਰ ਵਿੱਚ ਜਲਿਆਂਵਾਲੇ ਬਾਗ ਦਾ ਖੂਨੀ ਸਾਕਾ ਵਾਪਰਿਆ। ਊਧਮ ਸਿੰਘ ਨੇ ਆਪਣੇ ਅੱਖੀਂ 500 ਤੋਂ ਵੱਧ ਬੰਦਿਆਂ ਨੂੰ ਗੋਲੀਆਂ ਨਾਲ ਭੁੰਨੇ ਹੋਏ ਵੇਖਿਆ ਸੀ। ਉਸਦੇ ਮਨ ਉੱਤੇ ਇਸ ਕਤਲੇਆਮ ਦਾ ਡੂੰਘਾ ਅਸਰ ਹੋਇਆ। ਉਸਦੇ ਮਨ ਉੱਤੇ ਇਸ ਗੱਲ ਦਾ ਹਮੇਸ਼ਾ ਭਾਰ ਰਹਿਣ ਲੱਗ ਪਿਆ। ਤਾਂ ਬੱਚਿਓ, ਇਹ ਦਿੱਤਾ ਗਿਆ ਪੈਰਾ ਤੁਸੀਂ 2 ਜਾਂ 3 ਵਾਰ ਇਸ ਨੂੰ ਘੱਟ ਤੋਂ ਘੱਟ ਪੜ੍ਹਨਾ ਹੈ। ਫਿਰ ਇਸ ਦੇ ਪ੍ਰਸ਼ਨਾਂ ਨੂੰ ਜਾਣੋ। ਜਿਵੇਂ ਪਹਿਲਾ ਪ੍ਰਸ਼ਨ ਹੈ, ਊਧਮ ਸਿੰਘ ਕਿਸ ਦਾ ਪੁੱਤਰ ਸੀ? ਤਾਂ ਤੁਸੀਂ ਵੇਖਦੇ ਹੋ ਕਿ ਪਹਿਲੀ ਲਾਈਨ ਵਿੱਚ ਇਸ ਦਾ ਉੱਤਰ ਹੈ ਊਧਮ ਸਿੰਘ ਰੇਲਵੇ ਫਾਟਕ ਦੇ ਇੱਕ ਚੌਕੀਦਾਰ ਦਾ ਪੁੱਤਰ ਸੀ। ਉਸ ਨੂੰ ਬਚਪਨ ਵਿੱਚ ਕਿੱਥੇ ਦਾਖਲ ਕਰਵਾ ਦਿੱਤਾ ਗਿਆ? ਪੈਰਾ ਪੜ੍ਹ ਕੇ ਦੇਖੋ ਕਿ ਉਸ ਨੂੰ ਕਿੱਥੇ ਦਾਖਲ ਕਰਵਾਇਆ ਗਿਆ। ਤਾਂ ਤੁਸੀਂ ਵੇਖ ਰਹੇ ਹੋ ਤੀਸਰੀ ਲਾਈਨ ਦੇ ਵਿੱਚ ਉਸ ਨੂੰ ਅੰਮ੍ਰਿਤਸਰ ਦੇ ਖਾਲਸਾ ਕੇਂਦਰੀ ਯਤੀਮਖਾਨੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਸੀ। ਥਰਡ ਕੁਐਸਚਨ, ਅੰਮ੍ਰਿਤਸਰ ਵਿਖੇ ਕਿਹੜਾ ਸਾਕਾ ਵਾਪਰਿਆ? ਸਾਕਾ ਕੀ ਹੈ? ਦੇਖੋ ਤੁਸੀਂ ਦੇਖਦੇ ਹੋ ਜਲਿਆਂਵਾਲਾ ਬਾਗ ਦੀ ਘਟਨਾ ਵਾਪਰੀ ਸੀਗੀ ਤੇ ਯਾਨੀ ਇਹ ਸਾਕਾ ਦਾ ਅਰਥ ਹੈ ਘਟਨਾ। ਤਾਂ ਵੇਖਦੇ ਹਾਂ ਸਾਕਾ ਸ਼ਬਦ ਕਿੱਥੇ ਦਿੱਤਾ ਗਿਆ ਹੈ ਕਿ ਕਿਹੜਾ ਸਾਕਾ ਵਾਪਰਿਆ। ਤਾਂ ਲਾਸਟ ਦੇ ਵਿੱਚ ਦੇਖੋ ਅੰਮ੍ਰਿਤਸਰ ਵਿਖੇ ਜਲਿਆਂਵਾਲੇ ਬਾਗ ਦਾ ਖੂਨੀ ਸਾਕਾ ਵਾਪਰਿਆ। ਅੰਮ੍ਰਿਤਸਰ ਵਿਖੇ ਜਲਿਆਂਵਾਲੇ ਬਾਗ ਦਾ ਸਾਕਾ ਵਾਪਰਿਆ।
ਅੰਮ੍ਰਿਤਸਰ ਵਿਖੇ ਕਿਹੜਾ ਸਾਕਾ ਵਾਪਰਿਆ? ਅੰਮ੍ਰਿਤਸਰ ਵਿਖੇ ਜਲਿਆਂਵਾਲੇ ਬਾਗ ਦਾ ਸਾਕਾ ਵਾਪਰਿਆ। ਪ੍ਰਸ਼ਨ ਨੰਬਰ 4, ਊਧਮ ਸਿੰਘ ਨੇ ਆਪਣੇ ਅੱਖੀ ਕੀ ਵੇਖਿਆ? ਊਧਮ ਸਿੰਘ ਨੇ ਆਪਣੇ ਅੱਖੀ 500 ਤੋਂ ਵੱਧ, ਥਰਡ ਲਾਸਟ ਲਾਈਨ, 500 ਤੋਂ ਵੱਧ ਬੰਦਿਆਂ ਨੂੰ ਗੋਲੀਆਂ ਨਾਲ ਭੁੰਨੇ ਹੋਏ ਵੇਖਿਆ ਸੀ। ਤਾਂ ਉੱਤਰ ਲਿਖਾਂਗੇ, ਊਧਮ ਸਿੰਘ ਨੇ ਆਪਣੇ ਅੱਖੀ 500 ਤੋਂ ਵੱਧ ਬੰਦਿਆਂ ਨੂੰ ਗੋਲੀਆਂ ਨਾਲ ਭੁੰਨੇ ਵੇਖਿਆ। ਦਿੱਤੇ ਗਏ ਪੈਰੇ ਦਾ ਸਿਰਲੇਖ ਲਿਖੋ। ਸਿਰਲੇਖ ਕੀ ਹੁੰਦਾ ਹੈ ਬੱਚਿਓ? ਇਸ ਨੂੰ ਚੰਗੀ ਤਰ੍ਹਾਂ ਸਮਝ ਲਓ, ਕਿਉਂਕਿ ਜ਼ਿਆਦਾਤਰ ਬੱਚੇ ਸਿਰਲੇਖ ਨੂੰ ਸਿੱਖਿਆ ਸਮਝ ਲੈਂਦੇ ਹਨ। ਸਿਰਲੇਖ ਹੁੰਦਾ ਹੈ ਟਾਈਟਲ, ਯਾਨੀ ਕਿ ਦਿੱਤਾ ਗਿਆ ਪੈਰਾ ਕਿਸ ਬਾਰੇ ਹੈ। ਹੁਣ ਅਸੀਂ ਪੜ੍ਹਿਆ ਕਿ ਦਿੱਤਾ ਗਿਆ ਪੈਰਾ ਸ਼ਹੀਦ ਊਧਮ ਸਿੰਘ ਦੇ ਬਾਰੇ ਹੈ, ਤਾਂ ਅਸੀਂ ਇਸ ਦਾ ਟਾਈਟਲ ਲਿਖਾਂਗੇ ਸਿਰਲੇਖ ਸ਼ਹੀਦ ਊਧਮ ਸਿੰਘ, ਜਾਂ ਫਿਰ ਲਿਖ ਸਕਦੇ ਹਾਂ ਊਧਮ ਸਿੰਘ ਦਾ ਬਚਪਨ। ਤਾਂ ਬੱਚਿਓ, ਇਸ ਤਰ੍ਹਾਂ ਅਸੀਂ ਅਣਡਿੱਠੇ ਪੈਰੇ ਨੂੰ ਸੋਲਵ ਕਰਨਾ ਹੈ, ਉਸਦੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ। ਕਈ ਵਾਰ ਪ੍ਰਸ਼ਨਾਂ ਦੇ ਉੱਤਰ ਲਾਈਨ ਦੇ ਵਿੱਚ ਨਹੀਂ ਹੁੰਦੇ, ਉਸ ਦਾ ਜ਼ਿਕਰ ਪਹਿਲੀ ਲਾਈਨ ਦੇ ਵਿੱਚ ਹੋ ਗਿਆ। ਮੰਨ ਲਓ ਸਾਕਾ ਪਹਿਲੀ ਲਾਈਨ ਵਿੱਚ ਆਇਆ ਸ਼ਬਦ ਤੇ ਘਟਨਾ ਦੂਜੀ ਲਾਈਨ ਵਿੱਚ ਦੱਸੀ ਗਈ ਹੁੰਦੀ ਹੈ, ਤਾਂ ਤੁਸੀਂ ਇਸ ਨੂੰ ਦੇਖਣਾ ਹੈ ਕਿ ਸਹੀ ਉੱਤਰ ਕਿਹੜੀ ਲਾਈਨ ਦੇ ਵਿੱਚ ਦਿੱਤਾ ਗਿਆ ਹੈ। ਜ਼ਿਆਦਾ ਵੱਡੀਆਂ ਲਾਈਨਾਂ ਦੇ ਵਿੱਚ ਉੱਤਰ ਨਹੀਂ ਲਿਖਣਾ, ਸੰਖੇਪ ਦੇ ਵਿੱਚ ਬਹੁਤ ਥੋੜੇ ਸ਼ਬਦਾਂ ਵਿੱਚ ਇਸ ਦਾ ਉੱਤਰ ਦੇਣਾ ਹੈ। ਅਣਡਿੱਠੇ ਪੈਰੇ ਦੇ ਉੱਤਰ ਕਦੇ ਵੀ ਤੁਸੀਂ ਸ਼ਬਦਾਂ ਦੇ ਵਿੱਚ, ਯਾਨੀ ਕਿ ਸਿਰਫ ਵਰਡਸ ਦੇ ਵਿੱਚ ਨਹੀਂ ਦੇਣੇ, ਇਹ ਵਾਕ ਦੇ ਵਿੱਚ ਇਸ ਦੇ ਉੱਤਰ ਦੇਣੇ ਹਨ। ਅਗਰ 1 ਨੰਬਰ ਦਾ ਕੁਐਸਚਨ ਹੈ ਤਾਂ ਉਸ ਦਾ ਉੱਤਰ ਤੁਸੀਂ 1 ਵਾਕ ਵਿੱਚ ਦਿਓਗੇ। 2 ਨੰਬਰ ਦਾ ਹੈ ਤਾਂ 2 ਜਾਂ 3 ਲਾਈਨਾਂ ਦੇ ਵਿੱਚ ਹੀ ਇਸ ਦਾ ਉੱਤਰ ਦਿਓਗੇ। ਸਿਰਲੇਖ ਹਮੇਸ਼ਾ ਵਾਕ ਦੇ ਵਿੱਚ ਨਹੀਂ ਹੁੰਦਾ, ਇਸ ਲਈ ਸਿਰਲੇਖ ਹਮੇਸ਼ਾ ਤੁਸੀਂ ਸਿਰਫ ਸ਼ਬਦਾਂ ਦੇ ਵਿੱਚ ਹੀ ਲਿਖੋਗੇ। 2, 3 ਜਾਂ 4 ਸ਼ਬਦਾਂ ਤੋਂ ਵੱਧ ਕੋਈ ਸ਼ਬਦ ਨਹੀਂ ਹੋਣਾ ਚਾਹੀਦਾ। ਤਾਂ ਬੱਚਿਓ, ਇਹ ਸੀਗਾ ਅਣਡਿੱਠਾ ਪੈਰਾ। ਆਸ਼ਾ ਹੈ ਤੁਸੀਂ ਇਸ ਦੇ ਵਿੱਚ ਗਲਤੀ ਨਹੀਂ ਕਰੋਗੇ ਤੇ ਇਹ ਸਭ ਤੋਂ ਜ਼ਿਆਦਾ ਅੰਕ ਵਧਾਉਣ ਵਾਲਾ ਤੁਹਾਡਾ ਪਾਰਟ ਹੁੰਦਾ ਹੈ ਸਿਲੇਬਸ ਦਾ, ਇਸ ਲਈ ਇਸ ਨੂੰ ਸੋਚ ਸਮਝ ਕੇ ਕਰਨਾ ਹੈ।